ਪਿਆਰੇ ਵਿਦਿਆਰਥੀਓ, ਅਸੀਂ ਕੱਲ੍ਹ ਇੰਟਰੋਡਕਸ਼ਨ ਭਾਰਤ ਦੀ ਪੜ੍ਹੀ ਸੀ। ਅੱਜ ਅਸੀਂ 50 ਤੋਂ 60 ਸ਼ਬਦਾਂ ਵਾਲੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨਾਂ ਨੂੰ ਅੱਜ ਹੱਲ ਕਰਾਂਗੇ। ਮੈਨੂੰ ਆਸ ਹੈ ਕਿ ਤੁਸੀਂ ਕਾਪੀ ਪੈਨ ਲੈ ਕੇ ਬੈਠ ਜਾਓਗੇ ਅਤੇ ਇਹਨਾਂ ਪ੍ਰਸ਼ਨਾਂ ਨੂੰ ਬਾਰ-ਬਾਰ ਜਿੱਥੇ ਸੁਣੋਗੇ ਆਪਣੀ ਕਾਪੀ ਤੇ ਵੀ ਨੋਟ ਕਰੋਗੇ। ਆਪਾਂ ਪਹਿਲਾ ਪ੍ਰਸ਼ਨ ਹੱਲ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਕਿ ਭਾਰਤ ਇੱਕ ਉਪ ਮਹਾਂਦੀਪ ਹੈ। ਇਹਦਾ ਉੱਤਰ ਹੈ ਭਾਰਤ ਉਪ ਮਹਾਂਦੀਪ ਹੈ। ਪਹਿਲਾਂ ਇਹ ਗੱਲ ਅਸੀਂ ਸਮਝ ਲਈਏ। ਇਹਦਾ ਉੱਤਰ ਇਸ ਤਰ੍ਹਾਂ ਲਿਖਣਾ ਹੈ, ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ। ਉਪ ਮਹਾਂਦੀਪ ਇੱਕ ਵਿਸ਼ਾਲ ਅਤੇ ਸੁਤੰਤਰ ਭੂ ਭਾਗ ਹੁੰਦਾ ਹੈ ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ। ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਤੋਂ ਪਾਰ ਅਗੀਲ, ਮੁੱਤੰਗਮ, ਕੁਲ-ਲੂਮ, ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਇਸ ਨੂੰ ਏਸ਼ੀਆ ਦੇ ਉੱਤਰ ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ। ਦੱਖਣ ਵਿੱਚ ਪਾਕ ਜਲਡਮਰੂ, ਮੱਧ ਅਤੇ ਮਿਨਾਰ ਦੀ ਖਾੜੀ ਇਸ ਨੂੰ ਏਸ਼ੀਆ ਤੋਂ ਵੱਖ ਕਰਦੀ ਹੈ। ਪੂਰਬ ਵਿੱਚ ਅਰਾਕਾਨ ਯੂਮਾ ਇਸ ਮਿਆਂਮਾਰ ਤੋਂ ਵੱਖ ਕਰਦੀ ਹੈ। ਥਾਰ ਦਾ ਮਾਰੂਥਲ ਇਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਹਿੱਸੇ ਨਾਲੋਂ ਅਲੱਗ ਕਰਦਾ ਹੈ। ਇਹਨਾਂ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉਪ ਮਹਾਂਦੀਪ ਨਹੀਂ ਆਖ ਸਕਦੇ। ਭਾਰਤ ਉਪ ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਤੇ ਬੰਗਲਾਦੇਸ਼ ਮਿਲ ਕੇ ਕਰਦੇ ਹਨ। ਇਹ ਸੀ ਸਾਡਾ ਪਹਿਲੇ ਪ੍ਰਸ਼ਨ ਦਾ ਮਹੱਤਵਪੂਰਨ ਪਹਿਲੇ ਪ੍ਰਸ਼ਨ ਦਾ ਉੱਤਰ। ਉਸ ਤੋਂ ਬਾਅਦ ਹੁਣ ਅਸੀਂ ਦੂਸਰੇ ਪ੍ਰਸ਼ਨ ਵੱਲ ਦਾ ਕਰਦੇ ਹਾਂ। ਦੂਸਰਾ ਪ੍ਰਸ਼ਨ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਉਹ ਹੈ ਕਿ ਪ੍ਰਸ਼ਨ ਨੰਬਰ 2, ਭਾਰਤੀ ਸੱਭਿਆਚਾਰ ਵਿੱਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ। ਇਹਦਾ ਉੱਤਰ ਦੇਖੋ। ਉੱਤਰ ਹੈ ਇਹਦਾ, ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਫਲਸਰੂਪ ਉਹਨਾਂ ਵਿੱਚ ਬੋਲੀ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ। ਉਹਨਾਂ ਦੇ ਲੋਕ ਗੀਤ, ਮੇਲੇ, ਤਿਉਹਾਰ ਅਤੇ ਰੀਤੀ ਰਿਵਾਜ ਵੀ ਵੱਖ-ਵੱਖ ਹਨ। ਇੱਥੇ 187 ਭਾਸ਼ਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ 97% ਭਾਗ ਵਿੱਚ ਕੇਵਲ ਜਾਂ ਸਿਫਰ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਲੋਕ ਵਿਕਸਤ ਹੋਏ। ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੇ ਲਗਭਗ ਹਰ ਖੇਤਰ ਵਿੱਚ ਵਖਰੇਵਾਂ ਪਾਇਆ ਜਾਂਦਾ ਹੈ। ਇਹ ਸੀ ਸਾਡੇ ਦੂਸਰੇ ਪ੍ਰਸ਼ਨ ਦਾ ਉੱਤਰ। ਹੁਣ ਅਸੀਂ ਜਾਵਾਂਗੇ 9ਵੇਂ ਪ੍ਰਸ਼ਨ ਦੇ ਉੱਤੇ, ਜਿਹੜਾ ਪਾਠ ਸਾਡਾ ਪਾਠ ਪੁਸਤਕ ਦਾ 9ਵਾਂ ਪ੍ਰਸ਼ਨ ਹੈ। ਬਾਕੀ ਵੀ ਤੁਸੀਂ ਹੱਲ ਕਰਨੇ ਆ, ਪਰ ਮੈਂ ਕੁਝ ਮਹੱਤਵਪੂਰਨ ਪ੍ਰਸ਼ਨਾਂ ਨੂੰ ਹੀ ਆਪ ਦੇ ਨਾਲ ਸ਼ੇਅਰ ਕਰਾਂਗਾ। ਜੇ ਦੂਸਰੇ ਕਿਸੇ ਪ੍ਰਸ਼ਨ ਦੇ ਵਿੱਚ ਵੀ ਆਪ ਜੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ WhatsApp ਗਰੁੱਪ ਦੇ ਉੱਪਰ ਜਾਂ YouTube ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਇਸ ਬਾਰੇ ਵਿੱਚ ਦੱਸ ਸਕਦੇ ਹੋ। ਔਰ ਰੋਜ਼ ਦੇ ਨੋਟੀਫਿਕੇਸ਼ਨਾਂ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਸ ਜਿਹੜੇ ਪ੍ਰਸ਼ਨ ਨੇ ਉਹਨਾਂ ਦੀ ਨੋਟੀਫਿਕੇਸ਼ਨ ਜਦੋਂ ਨਵੀਂ ਕੋਈ ਵੀਡੀਓ ਹੁੰਦੀ ਹੈ ਉਹ ਤੁਹਾਨੂੰ ਮਿਲ ਸਕੇ। ਹੁਣ ਅਸੀਂ ਆਉਂਦੇ ਹਾਂ 9ਵੇਂ ਪ੍ਰਸ਼ਨ ਵੱਲ। ਬੜਾ ਇੰਪੋਰਟੈਂਟ ਹੈ, ਬਾਰ-ਬਾਰ ਬਹੁਤ ਸਾਰੇ ਪੇਪਰਾਂ ਦੇ ਵਿੱਚ, ਫਾਈਨਲ ਐਗਜ਼ਾਮਸ ਦੇ ਵਿੱਚ ਆ ਚੁੱਕਾ ਹੈ। ਹੁਣ ਵੇਖੋ ਪ੍ਰਸ਼ਨ ਕੀ ਹੈ। ਜਦੋਂ ਅਰੁਣਾਚਲ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ, ਵਿਆਖਿਆ ਕਰੋ। ਇਹਦਾ ਉੱਤਰ ਦੇਖੋ ਕਿਵੇਂ ਲਿਖਣਾ ਹੈ। ਕੀ ਹੈ ਉਹਦਾ ਉੱਤਰ? ਅਰੁਣਾਚਲ ਤੋਂ ਗੁਜਰਾਤ ਤੱਕ ਦੀ ਦੂਰੀ
2933 ਕਿਲੋਮੀਟਰ ਹੈ। ਇਹ ਵੀ ਇੱਕ ਯਾਦ ਰੱਖਣ ਵਾਲੀ ਗੱਲ ਹੈ। ਕਿਸੇ ਵੇਲੇ ਸਾਨੂੰ ਇਹ ਦੂਰੀ ਵੀ ਪੁੱਛ ਲਈ ਜਾਂਦੀ ਹੈ 1 ਨੰਬਰ ਵਾਲੇ ਪ੍ਰਸ਼ਨ ਦੇ ਵਿੱਚ, ਇਸ ਕਰਕੇ ਇਹਨੂੰ ਯਾਦ ਰੱਖਣ ਵਾਲੀ ਗੱਲ ਵੀ ਹੈ। ਅਸੀਂ ਇੰਜ ਵੀ ਆਖ ਸਕਦੇ ਹਾਂ ਕਿ ਗੁਜਰਾਤ ਸਥਿਤ ਰਣ ਆਫ ਕੱਛ ਦੇ ਦਰਮਿਆਨ 29 ਡਿਗਰੀ 12 ਮਿੰਟ ਦਾ ਦੇਸ਼ਾਂਤਰੀ ਫਰਕ ਹੈ। ਹਰੇਕ ਦੇਸ਼ਾਂਤਰ ਰੇਖਾ ਇੱਕ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ ਅਤੇ ਦੋਹਾਂ ਥਾਵਾਂ ਦੇ ਸਮੇਂ ਵਿੱਚ 2 ਘੰਟਿਆਂ ਦਾ ਫਰਕ ਪੈ ਜਾਂਦਾ ਹੈ। ਪੂਰਬ ਵਿੱਚ ਸਥਿਤ ਹੋਣ ਕਾਰਨ ਅਰੁਣਾਚਲ ਦਾ ਸਥਾਨਕ ਸਮਾਂ ਪੱਛਮ ਵਿੱਚ ਸਥਿਤ ਗੁਜਰਾਤ ਦੇ ਸਥਾਨਕ ਸਮੇਂ ਤੋਂ ਅਲੱਗ ਰਹਿੰਦਾ ਹੈ। ਇਸ ਲਈ ਜਦੋਂ ਅਰੁਣਾਚਲ ਵਿੱਚ ਸੂਰਜ ਨਿਕਲਦਾ ਹੈ ਉਸ ਸਮੇਂ ਗੁਜਰਾਤ ਵਿੱਚ ਰਾਤ ਹੁੰਦੀ ਹੈ। ਇਹ ਸੀ ਸਾਡਾ 9ਵਾਂ ਪ੍ਰਸ਼ਨ। ਹੁਣ ਆਪਣੀ ਪਾਠ ਪੁਸਤਕ ਦਾ 10ਵਾਂ ਪ੍ਰਸ਼ਨ ਦੇਖੋ। ਇਹ ਵੀ ਬੜਾ ਇੰਪੋਰਟੈਂਟ ਪ੍ਰਸ਼ਨ ਹੈ। ਭਾਰਤ ਦਾ ਸਾਰਕ ਦੇਸ਼ਾਂ ਵਿੱਚ ਕੀ ਸਥਾਨ ਹੈ? ਸਾਰਕ ਦੇਸ਼ਾਂ ਦੇ ਸਮੂਹ ਵਿੱਚ ਭਾਰਤ ਨੂੰ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਭਾਰਤ ਦੇ ਹਿੰਦ ਮਹਾਸਾਗਰ ਦੇ ਸਿਰ ਉੱਤੇ ਸਥਿਤ ਹੋਣ ਕਾਰਨ ਇਸ ਦੇ ਕੇਂਦਰੀ ਸਥਿਤੀ ਪ੍ਰਾਪਤ ਕੀਤੀ ਹੋਈ ਹੈ। ਆਪਣੀ ਇਸ ਸਥਿਤੀ ਦੇ ਕਾਰਨ ਇਸ ਨੇ 20ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਇੱਕ ਪਾਸੇ ਸ਼੍ਰੀਲੰਕਾ ਵਿੱਚ ਅੱਤਵਾਦ ਨੂੰ ਦਬਾਉਣ ਦਾ ਯਤਨ ਕੀਤਾ ਅਤੇ ਦੂਜੇ ਪਾਸੇ ਤਾਕਤਵਰ ਜਲ ਸੈਨਾ ਨੇ ਦਖਲ ਦਿੱਤਾ। ਉੱਥੇ ਸ਼ਾਂਤੀ ਕਾਇਮ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਇਹਨਾਂ ਦੋ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਖ ਸਕਦੇ ਹਾਂ ਕਿ ਸਾਰਕ ਦੇਸ਼ਾਂ ਵਿੱਚ ਭਾਰਤ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਹਨਾਂ ਨੂੰ ਤੁਸੀਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰਨਾ ਹੈ ਅਤੇ ਨੋਟ ਕਰਨ ਤੋਂ ਬਾਅਦ ਆਪਣੇ ਸਕੂਲ ਦੇ ਗਰੁੱਪ ਵਿੱਚ ਸ਼ੇਅਰ ਕਰਨਾ, ਤਾਂ ਕਿ ਇਸ ਗੱਲ ਦਾ ਅਸੀਂ ਨਾਲ ਜਾਇਜ਼ਾ ਲੈ ਸਕੀਏ ਕਿ ਤੁਸੀਂ ਆਪਣਾ ਕੰਮ ਲਗਾਤਾਰ ਕਰ ਰਹੇ ਹੋ। ਇਸ ਵੀਡੀਓ ਨੂੰ ਬਾਰ-ਬਾਰ ਸੁਣੋ ਤਾਂ ਕਿ ਇਹ ਪ੍ਰਸ਼ਨ ਤੁਹਾਨੂੰ ਯਾਦ ਹੋ ਜਾਣ ਔਰ ਜਿਹੜੇ ਤੁਹਾਡੇ ਐਗਜ਼ਾਮ ਹੋਣੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਔਖਿਆਈ ਪੇਸ਼ ਨਾ ਆਵੇ। ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ 'ਚ।